ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗ ਪਰਮੇਸ਼ਰ ਹੈ। ਨਿਤ ਪ੍ਰਤੀ ਦਿਨ ਆਪਣਾ ਵਚਨ ਦੇ ਕੇ ਸਾਨੂੰ ਆਪ ਦੇ ਵਿੱਚ ਜੀਣ ਦਾ ਬਲ ਦਿੰਦਾ ਹੈ। ਉਸ ਦੇ ਲਈ ਧੰਨਵਾਦ। ਅੱਜ ਦੇ ਵਚਨ ਨੂੰ ਅਸੀਂ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਜੋ ਕੁਝ ਵੀ ਅਸੀਂ ਸੁਣੀਏ ਔਰ ਜੋ ਕੁਝ ਵੀ ਅਸੀਂ ਸਮਝੀਏ, ਜੋ ਕੁਝ ਵੀ ਅਸੀਂ ਸਿੱਖੀਏ, ਸਭ ਤੇਰੀ ਮਹਿਮਾ ਦੇ ਲਈ ਸਾਡੇ ਜੀਵਨ ਦੇ ਵਿੱਚ ਹੋ ਸਕੇ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੇ ਆਤਮਾ ਦੀ ਸਮਰੱਥ ਅਤੇ ਸਮਝ ਅਤੇ ਬੋਲਣ ਵਾਲੀ ਸਮਰੱਥ, ਤਾਂ ਕਿ ਤੇਰੇ ਨਾਮ ਦੀ ਮਹਿਮਾ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਵਚਨ ਲਿਆ ਹੈ ਮੈਂ, ਉਹ ਲਿਆ ਹੈ ਦੂਸਰਾ ਕਰੰਥੀਆਂ 13 ਅਧਿਆਏ ਉਸ ਦੀ 11 ਆਇਤ। ਇੱਥੇ ਪੌਲਸ ਰਸੂਲ ਇਸ ਤਰ੍ਹਾਂ ਕਹਿੰਦਾ ਹੈ, ਮੁਕਤੀ ਗੱਲ ਹੈ ਭਰਾਵੋ, ਆਨੰਦ ਰਹੋ, ਸਿੱਧ ਹੋਵੋ, ਸ਼ਾਂਤ ਰਹੋ, ਇੱਕ ਮਨ ਹੋਵੋ, ਮਿਲੇ ਰਹੋ ਅਤੇ ਪਰਮੇਸ਼ਰ ਦੇ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ, ਤੁਹਾਡੇ ਅੰਗ ਸੰਗ ਹੋਵੇਗਾ। ਇਸ ਦਾ ਜੋ ਮੈਂ ਸਬਜੈਕਟ ਲਿਆ ਹੈ ਉਹ ਹੈ ਕਿ ਅਸੀਂ ਮਸੀਹ ਯਸੂ ਦੇ ਵਿੱਚ ਇੱਕ ਮਨ ਰਹੀਏ। ਬਾਈਬਲ ਦੇ ਵਿੱਚ ਬਾਰ-ਬਾਰ ਪਰਮੇਸ਼ਵਰ ਆਪਣੇ ਭਗਤਾਂ ਦੇ ਨਾਲ ਇਹ ਸੰਦੇਸ਼ ਦਿੰਦਾ ਸਾਨੂੰ ਨਜ਼ਰ ਆਉਂਦਾ ਹੈ। ਪੌਲਸ ਨੂੰ ਇਹ ਗੱਲ ਕਿਉਂ ਆਪਣਾ ਕਹਿਣੀ ਪਈ, ਇਸ ਦਾ ਕਾਰਨ ਸਾਨੂੰ ਸਾਫ਼ ਰੀਤੀ ਨਾਲ ਕੁਰੰਥ ਦੇ ਵਿੱਚ ਨਜ਼ਰ ਆਉਂਦਾ ਹੈ। ਕਾਰਨ ਕੁਰੰਥ ਦੀ ਕਲੀਸਿਆ ਦੇ ਵਿੱਚ ਬਹੁਤ ਸਾਰੇ ਅਜਿਹੇ ਸਮੱਸਿਆ ਸੀ, ਅਜਿਹੀਆਂ ਉਹਨਾਂ ਦੇ ਵਿੱਚ ਪ੍ਰੋਬਲਮ ਸੀ ਜਿਹੜੀਆਂ ਸੁਧਾਰਨੀਆਂ ਬਹੁਤ ਔਖੀਆਂ ਸਨ ਅਤੇ ਇਹ ਸਿਧਾਂਤਕ ਸਨ। ਸਿਧਾਂਤ ਦਾ ਮਤਲਬ ਕਿ ਪਰਮੇਸ਼ਰ ਦੇ ਵਚਨ ਦਾ ਆਧਾਰ, ਜਿਸ ਤੋਂ ਕਲੀਸਿਆ ਦੇ ਕਈ ਲੋਕ ਬਾਹਰ ਸਨ ਪਰ ਉਸ ਸੱਚਾਈ ਦੇ ਉੱਤੇ ਚੱਲ ਰਹੇ ਸਨ। ਪੌਲਸ ਨੇ ਉਹਨਾਂ ਨੂੰ ਸੁਧਾਰਿਆ। ਵਿਆਹ ਦੀਆਂ ਸਮੱਸਿਆ ਇੱਥੇ ਸੀਗੀਆਂ, ਕਲੀਸਿਆ ਦੇ ਵਿੱਚ ਆਪਸੀ ਝਗੜੇ ਸੀ, ਮੂਰਤੀ ਪੂਜਾ ਦੀਆਂ ਬਹੁਤ ਸਾਰੀਆਂ ਗੱਲਾਂ ਸੀ, ਪਰਮੇਸ਼ਵਰ ਦੇ ਵਿਸ਼ਵਾਸ ਦੀਆਂ ਗੱਲਾਂ ਸੀ, ਪਰਮੇਸ਼ਵਰ ਦੇ ਧਾਰਮਿਕਤਾ ਦੀਆਂ ਗੱਲਾਂ ਸੀ, ਪਰਮੇਸ਼ਵਰ ਦੇ ਜੀ ਉੱਠਣ ਦੀਆਂ ਗੱਲਾਂ ਸੀ। ਬਹੁਤ ਸਾਰੀਆਂ ਅਜਿਹੀਆਂ ਪ੍ਰੋਬਲਮਾਂ ਜੋ ਕੁਰੰਥ ਦੀ ਕਲੀਸਿਆ ਦੇ ਵਿੱਚ ਸੀ। ਪੌਲਸ ਉਸ ਨੂੰ ਦਰੁਸਤ ਕਰਕੇ ਆਪਣੀ ਦੂਸਰੀ ਪੱਤਰੀ ਦੇ ਵਿੱਚ ਬੜੇ ਤਰੀਕੇ ਦੇ ਨਾਲ ਉਸ ਦੀ ਸਮਾਪਤੀ ਦੇ ਸਮੇਂ ਦੇ ਵਿੱਚ ਇੱਕ ਸੰਦੇਸ਼ ਕੁਰੰਥ ਦੇ ਕਲੀਸਿਆ ਨੂੰ ਅਤੇ ਅੱਜ ਸਾਨੂੰ ਦੇ ਰਿਹਾ ਹੈ। ਇੱਥੇ ਜਦੋਂ ਅਸੀਂ ਇਸ ਖੰਡ ਨੂੰ ਪੜ੍ਹਦੇ ਹਾਂ ਵਿਦਾਇਗੀ ਦੇ ਬਾਰੇ, ਤਾਂ ਅਸੀਂ ਦੇਖਦੇ ਹਾਂ ਕਿ ਰਸੂਲ ਹੁਣ ਇੱਥੇ ਇਸ ਤੂਫਾਨੀ ਪੱਤਰੀ ਨੂੰ ਇੱਕ ਝਟਪਟ ਸਮਾਪਤੀ ਤੇ ਲਿਆਉਂਦਾ ਹੈ। ਉਹਨਾਂ ਨੂੰ ਵਿਦਾਇਗੀ ਦੇਣ ਤੋਂ ਬਾਅਦ ਯੂਨਾਨੀ ਅਭਿਨੰਦਨ ਉਹਨਾਂ ਦੇ ਵਿੱਚ ਕਰਦਾ ਹੈ, ਜਿਸ ਦਾ ਅਰਥ ਆਨੰਦ ਹੈ। ਜਦੋਂ ਅਸੀਂ ਕਿਸੇ ਸਮਾਪਤੀ ਦੇ ਤਰਜੀਹ ਦੇ ਉੱਤੇ ਆਉਂਦੇ ਹਾਂ ਤਾਂ ਅਸੀਂ ਮੁੜ ਜਦੋਂ ਉਹਨਾਂ ਦਾ ਸਵਾਗਤ ਅਤੇ ਧੰਨਵਾਦ ਕਰਦੇ ਹਾਂ ਤਾਂ ਇਹ ਆਨੰਦ ਦੀ ਗੱਲ ਹੁੰਦੀ ਹੈ। ਅਤੇ ਇਸ ਵਿੱਚ ਅਸੀਂ ਉਹ 4 ਉਪਦੇਸ਼ ਇਸ ਵਿੱਚ ਦਿੰਦਾ ਹੈ। ਸੰਪੂਰਨ ਬਣਨਾ ਹੈ, ਸ਼ਾਂਤ ਰਹਿਣਾ ਹੈ, ਇੱਕ ਮਨ ਹੋਣਾ ਹੈ ਅਤੇ ਮਿਲੇ ਰਹਿਣਾ ਹੈ। ਇਹ 4 ਗੱਲਾਂ ਦਾ ਸੰਦੇਸ਼ ਔਰ ਸਮਾਪਤੀ ਦੇ ਨਾਲ ਕੁਰੰਥ ਦੀ ਕਲੀਸਿਆ ਦੇ ਵਿੱਚ ਦੇ ਰਿਹਾ ਹੈ। ਜੇ ਉਹ ਅੱਜ ਕੁਰੰਥ ਦੀ ਕਲੀਸਿਆ 'ਚ ਦੇ ਰਿਹਾ ਹੈ ਤਾਂ ਸਾਡੀ ਕਲੀਸਿਆ ਦੇ ਵਿੱਚ ਵੀ ਇਹੀ ਚੀਜ਼ਾਂ ਦਾ ਸੰਦੇਸ਼ ਉਹ ਸਾਨੂੰ ਦੇ ਰਿਹਾ ਕਿ ਅਸੀਂ ਉਸ ਵਿੱਚ ਇੱਕ ਮਨ ਰਹੀਏ। ਕਿਉਂਕਿ ਜਿਹੜੇ ਪ੍ਰਭੂ ਨੂੰ ਜਾਣ ਲੈਂਦੇ ਆ, ਜਿਨ੍ਹਾਂ ਨੇ ਪ੍ਰਭੂ ਦੇ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ, ਭਾਵ ਜਿਨ੍ਹਾਂ ਨੇ ਤੌਬਾ ਕਰ ਲਈ ਹੈ, ਜਿਨ੍ਹਾਂ ਦਾ ਨਵਾਂ ਜਨਮ ਹੋ ਚੁੱਕਾ ਹੈ, ਉਹਨਾਂ ਨੂੰ ਪੌਲਸ ਇੱਕੋ ਸਿੱਖਿਆ ਦੇ ਰਿਹਾ ਹੈ ਕਿ ਤੁਸੀਂ ਪ੍ਰਭੂ ਦੀ ਸੰਪੂਰਨਤਾ ਦੇ ਵਿੱਚ ਬਣੇ ਰਹੋ। ਪਹਿਲੀ ਗੱਲ ਸੰਪੂਰਨਤਾ ਸੀ। ਕਿਰਿਆ ਉਹੀ ਹੈ ਜਿਹੜੀ ਕਿ ਮਤੀ 4:21 ਵਿੱਚ ਸੰਪੂਰਨਤਾ ਦੇ ਲਈ ਵਰਤੀ ਗਈ ਅਤੇ ਇਸ ਦਾ ਅਰਥ ਆਪਣੇ ਰਾਹ ਸੁਧਾਰੋ। ਕੁਰੰਥ ਦੇ ਰਾਹ ਬਹੁਤ ਸਾਰੇ ਆਪਣਾ
क्योंकि कुरंथ एक बंदरगाह सी जिथे हर तरह का जहाज आंदा सी और उस बंदरगाह दे विच हर तरह के खेल अते दरिश हुंदे सी, व्यवचार के काम उत्थे हुंदे सी, खाण पीण के काम उत्थे हुंदे, रंगशाला उत्थे सी। इस करके कई विश्वासी जदों उत्थे आंदे सी तां ओह उन्हां गल्लां दे विच अपने आप नूं पा के अपने जीवन नूं नष्ट करदे सी। इसलिए पौलुस कहंदा अपने राहां नूं सुधारो, मतलब कि संपूर्ण बनन दा मतलब असी अपने राह नूं सही करना है। और उस दे नाल कुरंथियां दे विच झगड़ा करना अते पाप करना बंद करना सी अते एक दूजे नाल एकता दे विच रहना सी। ये पौलुस दा इत्थे पहला उद्देश प्रगट हुंदा है। दूसरी गल शांत रहो। शांत रहो दा अर्थ ये है कि उन्होंने इनकरेज करता है, उत्साह करता है जां उन्होंने हौसला दिंदा है अते उन्होंने रसूल पौलुस के द्वारा जोरदार चेतावनियां दित्तियां गईयां सन। इत्थे उन्होंने इन्हां चेतावनियां नूं चंगी आत्मा विच प्राप्त करन अते उन्हां ते काम करन दे लई आखदा है। चंगी आत्मा विच प्राप्त करन, ये गल्लां करन नूं कहंदा है। और इहदे विच तीसरी गल है एक मन हो। ये बहुत बड़ा मन, ये बहुत बड़ा सवाल सी पौलुस दे लई। और इत्थे एक मन एक राह नूं अपना लोचना, एक राह ते चलना, एक राह दा ही ध्यान करना है। यकीनन जिस विच मसीही एक मन हो सकते हैं वो मसीह दा मन रखण नाल है। साडे विच असी दुनिया दा मन भी रखते हैं ते संसार दा मन भी रखते हैं, तो साडे विच एकता नहीं आती। विश्वासी दे विच झगड़ा पैदा हुंदा है। ये जिमें वो सोचदा है उमें ही सोचना है। उन्हां सारे विचारां अते तर्कां नूं खुद दे अधीन बनाउणा है। असी अधीन नहीं रहिंदे। कलीसिया दे विच अगर कोई काम दिता जाता है, कलीसिया दे विच कोई काम कहा जाता है तो दूसरे दे उत्ते थोप दिंदे हैं। पहले समय दे जिहड़े बजुर्ग हुंदे सी या पहले समय दे विच जो कलीसिया दे बजुर्ग हुंदे सी वो की करदे सी, वो ऑर्डर नहीं सी दिंदे, वो ये नहीं कहंदे सी तुसीं इस तरह करो, वो करके दिखांदे सी अते करदे सी। वो जो भी काम हुंदा सी वो विश्वासियां नूं नाल लैके आप अगे होके करदे सी ते विश्वासी पिछे करदे करदे जांदे सी। अज दे समय च इस तरह नहीं। अज दे एल्डर उन्हां नूं एक रुतबा चाहीदा है। अज दे एल्डर उन्हां दे विच हाँ जे उन्हां नूं किसी ने काम कहता तो उन्होंने गुस्सा आ जाता है, उन्होंने अपना झगड़े करन लग पैंदे आ, लै मैनू काम कहता मैनू ये कर दिता। जद कि कलीसिया नूं संभालना एक एल्डर दा काम है। कलीसिया दे एक एक कारज नूं देखना एक एल्डर दा काम है, मतलब एक बजुर्ग दा काम है। कलीसिया दे विच किते झगड़ा हो रहा उस झगड़े नूं समाप्त करना कलीसिया दे एल्डर दा काम है। कलीसिया दे विच किते भी अपना पुट्टां बिदतां ते चुगलियां हो रही उन्हां नूं बंद करना एल्डर दा काम है। पर इत्थे एल्डर ही चुगलियां दे विच चले जाते हैं। एल्डर उन्हां दे जीवनां दे विच ये गल्लां पाईयां जांदियां। किस तरह कलीसिया दे विच एक मन हो सकता है। सानू अगर कोई गलत काम हो रहा है, गलत चीज़ हो रही है तो उसनू किस तरह सही तरीके दे नाल लिआंदा जावे, किस तरह सही तरीके दे नाल कीता जावे, ये एल्डर दा काम हुंदा सी। और एल्डर जिहड़ा हुंदा सी वो पूरे तजर्बेकार हुंदा सी, पूरी तरह नाल तजर्बा हुंदा सी। ਉਹਦੇ ਜਿਹੜੇ पत्नी है वो बिल्कुल कलीसिया नूं देखण वाली अते कलीसिया दे विच सेवा करन वाली अते कलीसिया दे विच हर काम दे विच हत्थ पा के अगे चलण वाली वो अपना एल्डर दी दासी हुंदी सी। और ਉਹਦੇ बच्चे बिल्कुल अनुशासन दे विच पाए जांदे सी। उन्हां नूं ਉਹ अपना जद वो अपने बच्चों नूं ताड़दे आ तो दूसरिਆਂ नूं तदे ही ताड़न दा इख्तियार उन्हां दे विच आउंदा। जद वो अपने बच्चों नूं नहीं ताड़ सकते तो दूजिਆਂ नूं भी वो ताड़न दा इख्तियार नहीं रखते। एल्डर नूं बहुत सावधानी दे नाल इत्थे एक मन एक योग्यता दे विच रखण दी जरूरत सी। मतलब कि उन्हां दे जीवन दे विच एक राह होना जरूरी है, दो सलाहां नहीं होणीਆਂ चाहिए। फिर चौथी गल अंतिम गल है मिले रहना। ये 12 ਦੇ 20 ਦੇ ਵਿੱਚ भी ਅਸੀਂ देखते हैं क्रांतियां तो परथक है कि ਇੱਥੇ ਉਹਨਾਂ ਦੇ ਵਿਚਕਾਰ ਝਗੜੇ ਅਤੇ ਫਿਸਾਦ
ਰਹੇ ਸਨ। ਇਹ ਹਮੇਸ਼ਾ ਉਦੋਂ ਸਥਿਤੀ ਹੁੰਦੀ ਹੈ ਜਦੋਂ ਨਿਯਮਤਾ ਨੂੰ ਦਾਖਲ ਹੁੰਦਾ ਹੈ। ਨਮਿਕ ਮਤਲਬ ਕਿ ਬੁਰਾਈ ਜਦੋਂ ਦਾਖਲ ਹੁੰਦੀ ਹੈ, ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇੱਥੇ ਪੌਲਸ ਨੂੰ ਉਹਨਾਂ ਨੂੰ ਪਹਿਲਾਂ ਦੋਸ਼ੀਆਂ ਨੂੰ ਅਨੁਸ਼ਾਸਿਤ ਕਰਨ ਅਤੇ ਉਹਨਾਂ ਦੇ ਸਾਥੀ ਮਸੀਹਾਂ ਨਾਲ ਮੇਲ ਵਿੱਚ ਰਹਿਣ ਦੇ ਲਈ ਆਖਿਆ ਜਾਂਦਾ ਹੈ। ਪਰ ਮੈਂ ਇੱਥੇ ਇੱਕ ਹੋਰ ਗੱਲ ਆਪ ਦੇ ਨਾਲ ਕਰਨਾ ਚਾਹੁੰਦਾ ਹਾਂ, ਜੋ ਇੱਥੇ ਪਰਮੇਸ਼ਰ ਦੇ ਵਚਨ ਦੇ ਨਾਲ ਕੀਤੀ ਗਈ ਹੈ। ਉਹ ਹੈ ਫਿਲਿੱਪੀਆਂ ਦੀ ਕਲੀਸਿਆ ਦੇ ਵਿੱਚ। ਜਦੋਂ ਫਿਲਿੱਪੀਆਂ ਦੀ ਕਲੀਸਿਆ ਦੇ ਵਿੱਚ ਅਸੀਂ ਧਿਆਨ ਕਰਦੇ ਹਾਂ ਤਾਂ ਫਿਲਿੱਪੀਆਂ ਦੇ ਵਿੱਚ ਪੌਲਸ ਰਸੂਲ ਅਤੇ ਉਸ ਦੇ ਸਾਥੀਆਂ ਨੂੰ ਬਹੁਤ ਸਮਰੱਥਾ ਨਾਲ ਉਪਯੋਗ ਕੀਤਾ ਗਿਆ ਹੈ। ਔਰ ਫਿਲਿੱਪੀਆਂ ਦੀ ਕਲੀਸਿਆ ਇੱਕ ਇੱਦਾਂ ਦੀ ਕਲੀਸਿਆ ਹੈ, ਇੱਕ ਅਜਿਹੀ ਮਤਲਬ ਕਿ ਸਿੱਖਿਆ ਪੌਲਸ ਉਸ ਜਗ੍ਹਾ ਦੇ ਵਿੱਚ ਦਿੰਦਾ, ਉਹਨਾਂ ਨੂੰ ਆਨੰਦਿਤ ਰਹਿਣ ਦੇ ਲਈ ਬਾਰ-ਬਾਰ ਕਹਿੰਦਾ ਹੈ। ਪੱਤਰੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹ ਆਨੰਦ ਦੀ ਹੀ ਗੱਲ ਕਰਦਾ ਹੈ। ਜਦ ਕਿ ਪੌਲਸ ਇੱਥੇ ਜੇਲ੍ਹ ਦੇ ਵਿੱਚ ਸੀ, ਜੇਲ੍ਹ ਦੇ ਵਿੱਚ ਹੋ ਕੇ ਵੀ ਉਹ ਆਨੰਦ ਦੀ ਗੱਲ ਅਤੇ ਆਨੰਦ ਦੇ ਵਿੱਚ ਉਹਨਾਂ ਨੂੰ ਇੱਕ ਮਨ ਇੱਕ ਚਿੱਤ ਹੋਣ ਦੇ ਲਈ ਕਹਿੰਦਾ ਹੈ। ਔਰ ਜਿਸ ਦੇ ਨਤੀਜੇ ਵਜੋਂ ਜਦੋਂ ਪੌਲਸ ਉੱਥੇ ਕੰਮ ਕਰ ਰਿਹਾ ਹੈ, ਪੌਲਸ ਨੂੰ ਪਰਮੇਸ਼ਰ ਨੇ ਬਹੁਤ ਤਰੀਕੇ ਦੇ ਨਾਲ ਫਿਲਿੱਪੀਆਂ ਦੇ ਵਿੱਚ ਇਸਤੇਮਾਲ ਕੀਤਾ ਹੈ, ਤਾਂ ਉੱਥੇ ਦੇ ਕਲੀਸਿਆ ਦੇ ਵਿੱਚ ਵਾਧਾ ਵੀ ਹੋਇਆ ਹੈ ਅਤੇ ਉੱਥੇ ਗਿਣਤੀ ਵਧੀ ਵੀ ਹੈ। ਔਰ ਉਹ ਲੋਕ ਪ੍ਰਭੂ ਦੇ ਵਿੱਚ ਬਲਵੰਤ ਹੁੰਦੇ ਵੀ ਗਏ ਆ। ਉਹਨਾਂ ਨੂੰ ਨਿਗਾਹਵਾਨਾਂ ਅਤੇ ਸਾਥੀਆਂ ਨੂੰ ਵੀ ਦਿੱਤਾ ਗਿਆ। ਉਸੇ ਕਲੀਸਿਆ ਦੇ ਵਿੱਚ ਨਿਗਾਹਵਾਨ ਵੀ ਠਹਿਰਾਏ ਗਏ, ਭਾਵ ਬਜ਼ੁਰਗ ਵੀ ਠਹਿਰਾਏ ਗਏ ਅਤੇ ਅਜਿਹੇ ਸਾਥੀ ਦਿੱਤੇ ਗਏ ਜਿਹੜੇ ਉਹਨਾਂ ਦੇ ਵਿੱਚ ਹਰ ਇੱਕ ਕੰਮ ਨੂੰ ਆਨੰਦ ਦੇ ਨਾਲ ਕਰਦੇ ਸਨ। ਕਈ ਤਰ੍ਹਾਂ ਨਾਲ ਪ੍ਰਭੂ ਯਿਸੂ ਦੀ ਕਿਰਪਾ ਵਿੱਚ ਉਹ ਵਾਧੇ ਗਏ। ਪਰ ਪੌਲਸ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਬੈਰੀ ਕਈ ਤਰ੍ਹਾਂ ਦੇ ਹਾਲਾਤਾਂ ਨੂੰ ਲਿਆਵੇਗਾ ਅਤੇ ਅਜਿਹੇ ਲੋਕਾਂ ਨੂੰ ਵੀ ਲਿਆਵੇਗਾ ਜਿਸ ਨਾਲ ਉਹਨਾਂ ਦਾ ਆਨੰਦ ਘਟ ਜਾਵੇਗਾ ਅਤੇ ਵਾਧਾ ਰੁਕ ਜਾਵੇਗਾ। ਇਹ ਹੁੰਦਾ ਹੈ ਕਲੀਸਿਆ 'ਚ। ਕਈ ਕਲੀਸਿਆ ਦੇ ਵਿੱਚ ਇਸ ਤਰ੍ਹਾਂ ਦੀ ਫੁੱਟ ਪੈਂਦੀ ਹੈ ਕਿ ਉੱਥੇ ਕਈ ਵਾਰ ਸੇਵਕ ਇਕੱਲਾ ਰਹਿ ਜਾਂਦਾ ਹੈ। ਕਈ ਵਾਰ ਅਜਿਹੀ ਵਿਸਕੋਟਕ ਕਾਰਜ ਐਲਡਰਾਂ ਦੇ ਰਾਹੀਂ ਹੁੰਦਾ ਹੈ ਜਿੱਥੇ ਐਲਡਰ ਰਹਿ ਜਾਂਦੇ, ਕਲੀਸਿਆ ਹੁੰਦੀ ਨਹੀਂ। ਪੌਲਸ ਬੜੇ ਸਾਵਧਾਨੀ ਦੇ ਨਾਲ ਗੱਲ ਕਹਿ ਰਿਹਾ, ਇੱਕ ਮਨ ਹੋਵੋ, ਮਿਲੇ ਰਹੋ। ਗ੍ਰੰਥ ਦੇ ਵਿੱਚ ਉਹ 4 ਗੱਲਾਂ ਦੱਸਦਾ, ਪਰ ਫਿਲਿੱਪੀਆਂ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਕਰਦਾ ਹੈ। ਫਿਲਿੱਪੀਆਂ ਦੀ ਕਲੀਸਿਆ ਵਿੱਚ ਲੁਦੀਆ ਅਤੇ ਸੰਤੁਖੇ ਵਰਗੀਆਂ ਭੈਣਾਂ ਸਨ, ਜਿਨ੍ਹਾਂ ਨੂੰ ਪ੍ਰਭੂ ਨੇ ਬਹੁਤ ਹੀ ਉਪਯੋਗ ਕੀਤਾ ਸੀ ਔਰ ਕਈ ਤਰ੍ਹਾਂ ਦੀ ਸੇਵਾ ਉਹਨਾਂ ਤੋਂ ਲਈ ਸੀ। ਉਹਨਾਂ ਦੀ ਸੇਵਾ ਦੇ ਨਾਲ ਵੀ ਕਲੀਸਿਆ ਬਹੁਤ ਤੇਜ਼ੀ ਦੇ ਨਾਲ ਉਹਨਾਂ ਵਿੱਚ ਵੱਧਦੀ ਗਈ। ਭੈਣਾਂ ਦਾ ਯੋਗਦਾਨ ਬਹੁਤ ਵੱਡਾ ਹੈ ਕਲੀਸਿਆ ਦੇ ਵਿੱਚ। ਜੇ ਭਾਈ ਕੰਮ ਦੇ ਵਿੱਚ ਹੈ ਤਾਂ ਭੈਣਾਂ ਘਰ ਦੇ ਵਿੱਚ ਰਹਿ ਕੇ ਇੱਕ ਦੂਜੇ ਦੇ ਨਾਲ ਆਪਣੇ ਗੁਆਂਢ ਦੇ ਵਿੱਚ ਜਾ ਕੇ ਉਹ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕਰਦੀਆਂ ਰਹਿੰਦੀਆਂ ਸੀ ਭੈਣਾਂ ਦੇ ਵਿੱਚ। ਤੇ ਉਹਦੇ ਨਾਲ ਫਿਲਿੱਪੀਆਂ ਦੀ ਕਲੀਸਿਆ ਦੇ ਵਿੱਚ ਬਹੁਤ ਵਾਧਾ ਹੋਇਆ। ਉਹ ਸਖਤ ਮਿਹਨਤ ਕਰਦੀਆਂ ਸਨ, ਬਹੁਤ ਤਿਆਗ ਕਰਦੀਆਂ ਸਨ। ਤਿਆਗ ਦਾ ਮਤਲਬ ਉਹਨਾਂ ਦੇ ਵਿੱਚ ਕਈ ਵਾਰ ਪਰਿਸਥਿਤੀਆਂ ਪਰਿਵਾਰਿਕ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਸੀ ਜਿਸ ਦੇ ਕਾਰਨ ਉਹਨਾਂ ਨੂੰ ਕਈ ਵਾਰ ਉਸ ਪਰਿਸਥਿਤੀਆਂ ਨੂੰ ਛੱਡ ਕੇ ਪਰਮੇਸ਼ਰ ਦੇ ਵਚਨ ਦੇ ਲਈ ਨਿਕਲਣਾ ਪਿਆ। ਉਹਨਾਂ ਨੂੰ ਕਈ ਵਾਰ ਆਪਣੇ ਘਰ ਦੇ ਵਿੱਚੋਂ ਆਪਣੇ ਘਰ ਵਾਲਿਆਂ ਤੋਂ ਗਾਲਾਂ ਖਾਣੀਆਂ ਪਈਆਂ, ਕਈ ਵਾਰ ਆਪਣੇ ਸੱਸ ਸਹੁਰਿਆਂ ਤੋਂ ਗਾਲਾਂ ਖਾਣੀਆਂ ਪਈਆਂ, ਪਰ ਉਹ ਕਲੀਸਿਆ ਦੇ ਕੰਮ ਤੋਂ ਪਿੱਛੇ ਨਹੀਂ ਹਟੀਆਂ, ਉਹਦੇ ਵਿੱਚ ਡਟੀਆਂ ਰਹੀਆਂ। ਪਰ ਯੋਧਿਆ ਤੇ ਸੰਤੋਖੇ ਨੂੰ ਇੱਕ ਹੀ ਮਨ ਰਹਿਣਾ ਬਹੁਤ ਮੁਸ਼ਕਲ ਲੱਗਦਾ ਸੀ, ਕਾਰਨ ਇੱਕ ਦੂਸਰੇ ਦੇ ਕੰਮ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ। ਕਈ ਵਾਰ ਭੈਣਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ, ਲੈ ਉਹ ਤਾਂ ਬੜੀ ਆਪਣੇ ਆਪ ਨੂੰ ਕੀ ਕਹਿੰਦੇ ਐਜੂਕੇਟਡ ਸਮਝਦੀ ਹੈ, ਇਹਨੂੰ ਤਾਂ ਆਦਾ ਕੁਛ ਨਹੀਂ ਹੈ, ਫਿਰ ਵੀ ਉਹਨੂੰ ਆਪਣਾ ਅੱਗੇ ਲੈ ਕੇ ਚੱਲ ਰਹੇ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਭੈਣਾਂ ਦੇ ਵਿੱਚ ਆਉਂਦੀਆਂ ਔਰ ਇਹ ਗੱਲਾਂ ਦੇ ਨਾਲ ਉਹਨਾਂ ਵਿੱਚ ਚੁਗਲੀਆਂ ਵੱਧ ਜਾਂਦੀਆਂ। ਇਸ ਤਰੀਕੇ ਨਾਲ ਸਾਡੇ ਅੰਦਰ ਬੈਰੀ ਕ੍ਰਮ ਅਨੁਸਾਰ ਪ੍ਰਵੇਸ਼ ਕਰਕੇ ਆਪਣਾ ਕੰਮ ਕਰਦਾ ਹੈ
ਅਤੇ ਸਾਡੀ ਏਕਤਾ ਨੂੰ ਭੰਗ ਕਰਨ ਦੇ ਲਈ ਉਹ ਇਸ ਤਰ੍ਹਾਂ ਦੇ ਤਰੀਕੇ ਇਸਤੇਮਾਲ ਕਰਦਾ ਹੈ। ਪਰ ਬੜੀ ਸਾਵਧਾਨੀ ਨਾਲ ਸਾਨੂੰ ਕੰਮ ਕਰਨ ਦੀ ਲੋੜ ਹੈ। ਆਮ ਤੌਰ ਤੇ ਭੈਣਾਂ ਚੁਗਲੀ ਕਰਨ ਤੇ ਵੱਡੇ ਪਰਤਾਵੇ ਵਿੱਚ ਡਿੱਗਦੀਆਂ। ਬਸ ਵੈਰੀ ਇੱਥੇ ਹੀ ਪ੍ਰਵੇਸ਼ ਕਰਦਾ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਵਿੱਚ ਪੱਖਪਾਤ ਅਤੇ ਉਹਨਾਂ ਦੇ ਵਿੱਚ ਫੁੱਟ ਪਾਉਂਦਾ ਹੈ। ਔਰ ਜਦੋਂ ਫੁੱਟ ਪੈ ਜਾਂਦੀ ਹੈ ਤਾਂ ਕਲੀਸਿਆ ਤਿੱਤਰ ਬਿੱਤਰ ਹੁੰਦੀ ਹੈ। ਇਸ ਫੁੱਟ ਨੂੰ ਰੋਕਣ ਦੇ ਲਈ ਹੀ ਪੌਲਸ ਰਸੂਲ ਕਹਿੰਦਾ ਹੈ ਇੱਕ ਮਨ ਰਹੋ। ਜਦੋਂ ਮੈਂ ਫਿਲਿੱਪੀਆਂ ਦੀ ਪੁਸਤਕ ਉਸਦਾ 2 ਅਧਿਆਏ ਦਾ ਪਹਿਲੀਆਂ ਆਇਤਾਂ ਨੂੰ ਪੜ੍ਹਦਾ ਹਾਂ ਤਾਂ ਲਿਖਿਆ ਹੈ, ਸੋ ਜੋ ਮਸੀਹ ਵਿੱਚ ਕੁਝ ਦਿਲਾਸਾ ਹੈ, ਜੇ ਪ੍ਰੇਮ ਦੀ ਕੁਝ ਤਸੱਲੀ ਅਤੇ ਆਤਮਾ ਦੀ ਕੁਝ ਸਾਂਝ, ਜੋ ਕੁਝ ਦਿਆਲਗੀ ਅਤੇ ਦਰਦਮੰਦੀ ਹੈ, ਤਾਂ ਮੇਰੇ ਆਨੰਦ ਨੂੰ ਪੂਰਾ ਕਰੋ। ਭਾਈ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਚਿੱਤ ਅਤੇ ਇੱਕ ਮਤ ਹੋਵੋ। ਪੌਲਸ ਰਸੂਲ ਆਨੰਦ ਦੀ ਗੱਲ ਇਹ ਦੱਸ ਰਿਹਾ। ਇੱਥੇ ਵੀ 4 ਗੱਲਾਂ ਹੀ। ਵਿਸ਼ਵਾਸੀਆਂ ਦੇ ਦਰਮਿਆਨ ਏਕਤਾ ਬਰਕਰਾਰ ਰੱਖਣ ਦੇ ਲਈ ਬਜ਼ੁਰਗਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਉਹਨਾਂ ਨੂੰ ਕਿੱਦਾਂ ਇੱਕ ਰੱਖਿਆ ਜਾ ਸਕਦਾ ਹੈ? ਜੇ ਕਿਸੇ 'ਚ ਝਗੜਾ ਹੋ ਵੀ ਗਿਆ ਜਾਂ ਕੋਈ ਆਪਣਾ ਗਲਤੀ ਦੇ ਵਿੱਚ ਫੜਿਆ ਵੀ ਗਿਆ ਜਾਂ ਕਿਸੇ ਤੋਂ ਗਲਤੀ ਹੋ ਵੀ ਗਈ ਤਾਂ ਉਸ ਗਲਤੀ ਨੂੰ ਖਤਮ ਕਿੱਦਾਂ ਕਰਨਾ ਹੈ? ਉਸ ਗਲਤੀ ਦੇ ਨਾਲ ਅਸੀਂ ਉਹਨਾਂ 2 ਧਿਰਾਂ ਨੂੰ ਮਿਲਾਉਣਾ ਕਿੱਦਾਂ ਹੈ? ਉਹਨਾਂ ਦੇ ਵਿੱਚ ਅਸੀਂ ਕੰਮ ਕਿੱਦਾਂ ਕਰਨਾ ਹੈ? ਅਸੀਂ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਏਕਤਾ ਦਾ ਕੰਮ ਕਰ ਸਕਦੇ ਹਾਂ? ਬਜ਼ੁਰਗਾਂ ਦਾ ਬਹੁਤ ਵੱਡਾ ਪਾਰਟ ਹੈ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਅਸੀਂ ਜੇ ਗੁੱਸਾ ਕਰ ਲਵਾਂ ਉਹ ਇੱਦਾਂ ਹੈ, ਉਹ ਇੱਦਾਂ ਇੱਦਾਂ, ਤਾਂ ਕਲੀਸਿਆ ਕਦੇ ਅੱਗੇ ਨਹੀਂ ਵੱਧ ਸਕਦੀ ਹੈ। ਇਸ ਕਰਕੇ ਕਈ ਕਲੀਸਿਆਵਾਂ ਦੇ ਵਿੱਚ ਜਦੋਂ ਕਿਤੇ ਫੈਸਲੇ ਹੁੰਦੇ ਹਨ ਤਾਂ ਉਹ ਆਪਣਾ ਉਹਨਾਂ ਬਜ਼ੁਰਗਾਂ ਨੂੰ ਜਿਹੜੇ ਜਵਾਨ ਆ ਉਹਨਾਂ ਨੂੰ ਅਲੱਗ ਕਰਕੇ ਰੱਖਿਆ ਜਾਂਦਾ ਹੈ। ਉਹਨਾਂ ਬਜ਼ੁਰਗਾਂ ਨੂੰ ਲਿਆਂਦਾ ਜਾਂਦਾ ਹੈ ਜਿਹੜੇ ਪ੍ਰਚਾਰ ਕਰਨ ਦੇ ਵਿੱਚ, ਜਿਹੜੇ ਪਰਿਵਾਰਾਂ ਨੂੰ ਆਪਣਾ ਸਹੀ ਤਰੀਕੇ ਦੇ ਨਾਲ ਦਰੁਸਤ ਕਰਨ ਦੇ ਵਿੱਚ ਮੈਚੁਰ ਹੁੰਦੇ ਆ। ਉਹਨਾਂ ਨੂੰ ਕਲੀਸਿਆ ਦੇ ਵਿੱਚ ਇਸ ਤਰੀਕੇ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਉਹ ਭਾਵੇਂ ਬਾਹਰੋਂ ਹੋਵੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਹੋਵੇ। ਕਾਹਦੇ ਵਾਸਤੇ ਹੁੰਦਾ ਹੈ? ਕਲੀਸਿਆ ਦੀ ਏਕਤਾ ਦੇ ਲਈ ਹੁੰਦਾ। ਉੱਥੇ ਸਾਨੂੰ ਕਿਸੇ ਪ੍ਰਕਾਰ ਦੀ ਨਾਰਾਜ਼ਗੀ ਜਾਂ ਦਰਦਮੰਦੀ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਸ਼ੁਰੂ ਵਿੱਚ ਹੀ ਅਜਿਹੀਆਂ ਗੱਲਾਂ ਨੂੰ ਠੁਕਰਾਉਣਾ ਚਾਹੀਦਾ ਹੈ ਜਿਸ ਨਾਲ ਧੜੇਬਾਜ਼ੀਆਂ ਪੈਦਾ ਹੁੰਦੀਆਂ। ਧੜੇਬਾਜ਼ੀਆਂ ਵਿਸ਼ਵਾਸੀਆਂ 'ਚ ਹੈਗੀਆਂ। ਅਸੀਂ ਇਸ ਪਿੰਡ ਦੇ ਹਾਂ, ਅਸੀਂ ਇਸ ਪਿੰਡ ਦੇ ਹਾਂ, ਅਸੀਂ ਉਸ ਪਿੰਡ ਦੇ, ਅਸੀਂ ਇਸ ਪਿੰਡ ਦੇ। ਪਰਮੇਸ਼ਵਰ ਨੇ ਪਿੰਡਾਂ ਕਰਕੇ ਤੁਹਾਨੂੰ ਨਹੀਂ ਚੁਣਿਆ। ਪਰਮੇਸ਼ਵਰ ਨੇ ਆਪ ਨੂੰ ਆਪਣੇ ਲਹੂ ਦੇ ਨਾਲ ਇੱਕ ਕਰਕੇ ਚੁਣਿਆ ਹੈ। ਇਸ ਕਰਕੇ ਉਹਦੀ ਦੇਹ ਉਹਦੇ ਇੱਕ ਲਹੂ ਦੇ ਨਾਲ ਸਿੰਜੀ ਗਈ ਹੈ। ਪੂਰੀ ਦੇਹ ਦੇ ਵਿੱਚ ਇੱਕੋ ਹੀ ਲਹੂ ਚੱਲਦਾ ਹੈ। ਅੰਗਾਂ ਦੇ ਵਿੱਚ ਉਹੀ ਲਹੂ ਉਹਨਾਂ ਨੂੰ ਏਕਤਾ ਦੇ ਵਿੱਚ ਸੰਜੋ ਕੇ ਰੱਖਦਾ। ਜੇ ਇਹ ਚੀਜ਼ ਨੂੰ ਅਸੀਂ ਨਹੀਂ ਸਮਝੇ ਤਾਂ ਕਦੇ ਸਾਡੇ ਵਿੱਚ ਏਕਤਾ ਨਹੀਂ ਆਣੀ। ਉਹ ਕਦੇ ਇੱਕ ਅੰਗ ਦੂਜੇ ਅੰਗ ਦੇ ਨਾਲ ਮਿਲਿਆ ਨਹੀਂ ਰਹੇਗਾ। ਉਹਨਾਂ ਦੇ ਵਿੱਚ ਧੜੇਬਾਜ਼ੀਆਂ ਹੋਣਗੀਆਂ, ਵਿਧਵੰਸ਼ ਹੋਊਗਾ ਅਤੇ ਨਾਸ਼ ਹੋਊਗੀ। ਉਹ ਕਲੀਸਿਆ ਕਦੇ ਬਣੀ ਨਹੀਂ ਰਹੂਗੀ। ਇਸ ਲਈ ਸਾਨੂੰ ਯਾਦ ਕਰਾਇਆ ਗਿਆ ਹੈ ਕਿ ਪ੍ਰਭੂ ਵਿੱਚ ਸਦਾ ਇੱਕ ਮਨ ਰਹਿਣਾ ਚਾਹੀਦਾ ਹੈ। ਇਸ ਲਈ ਅਸੀਂ ਆਨੰਦ ਨਾਲ ਰਹਿਣਾ ਹੈ। ਅਸੀਂ ਜਦ ਤੱਕ ਆਤਮਿਕ ਤੌਰ ਤੇ ਉન્નਤੀ ਕਰਦੇ ਹਾਂ ਤਦ ਬੈਰੀ ਕਈ ਤਰੀਕੇ ਅਪਣਾ ਕੇ ਸਾਡੀ ਉન્નਤੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਸਾਨੂੰ ਉਸ ਦੀਆਂ ਬੁਰੀਆਂ ਯੁਕਤੀਆਂ ਦੇ ਵਿਖੇ ਵਿੱਚ ਸਾਵਧਾਨ ਰਹਿਣਾ ਹੈ। ਇਸ ਖੰਡ ਦਾ ਇਹੀ ਮਤਲਬ ਹੈ ਕਿ ਅਸੀਂ ਪ੍ਰਭੂ ਵਿੱਚ ਇੱਕ ਮਨ ਅਤੇ ਮਿਲੇ ਰਹੀਏ। ਇਸ ਦਾ ਵਿਸ਼ਾ ਇਹੀ ਹੈ। ਜਦ ਤੱਕ ਕਲੀਸਿਆ ਇੱਕ ਮਨ ਇੱਕ ਚਿੱਤ ਨਹੀਂ ਹੁੰਦੀ, ਜਦ ਤੱਕ ਪਰਿਵਾਰ ਇੱਕ ਮਨ ਇੱਕ ਚਿੱਤ ਨਹੀਂ ਹੁੰਦੇ, ਜਦ ਤੱਕ ਪਰਿਵਾਰਾਂ ਦੇ ਵਿੱਚ ਆਪਸ ਦਾ ਮੇਲ ਜੋਲ ਨਹੀਂ ਹੁੰਦਾ, ਉਦੋਂ ਤੱਕ ਕਲੀਸਿਆ ਕਦੇ ਅੱਗੇ ਵੱਧ ਨਹੀਂ ਸਕਦੀ। ਅਸੀਂ ਜਦੋਂ ਕਲੀਸਿਆ ਦੇ ਵਿੱਚ ਆਉਂਦੇ ਹਾਂ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਾਰਥਨਾ ਕਰਨੀ ਹੁੰਦੀ ਹੈ। ਜਦੋਂ ਅਸੀਂ ਇੱਕ ਮਨ ਇੱਕ ਚਿੱਤ ਨਹੀਂ ਹਾਂ ਤਾਂ ਅਸੀਂ ਪ੍ਰਭੂ ਦੀ ਮੇਜ਼ ਅਤੇ ਪ੍ਰਭੂ ਨੂੰ ਧੰਨਵਾਦ ਦੇਣਾ ਅਤੇ ਪ੍ਰਭੂ ਦੇ ਲੋਕਾਂ ਨਾਲ ਜੈ ਮਸੀਹ ਦੀ ਕਹਿਣਾ ਅਤੇ ਪ੍ਰਭੂ ਦੇ ਕਾਰਜਾਂ ਨੂੰ ਕਰਨਾ ਸਾਡਾ ਵਿਅਰਥ ਹੈ। ਉਹਦਾ ਕੋਈ ਮੀਨਿੰਗ ਨਹੀਂ ਹੈ।
ਇਸ ਲਈ ਜਦੋਂ ਅਸੀਂ ਪ੍ਰਭੂ ਦੀ ਕਲੀਸਿਆ ਦੇ ਵਿੱਚ ਆਉਂਦੇ ਹਾਂ ਤਾਂ ਸਾਡਾ ਮਨ ਇੱਕ ਹੋਣਾ ਚਾਹੀਦਾ। ਜੇ ਸਾਨੂੰ ਕਿਸੇ ਦੇ ਪ੍ਰਤੀ ਗਿਲਾ ਵੀ ਹੈ ਜਾਂ ਕੋਈ ਸਾਡੇ ਵਿੱਚ ਕੋਈ ਦੋਸ਼ ਵੀ ਹੈ ਤਾਂ ਪ੍ਰਭੂ ਦਾ ਵਚਨ ਸਾਨੂੰ ਕਹਿੰਦਾ ਹੈ ਕਲੋਸੀਆਂ ਦੇ ਵਿੱਚ, ਇੱਕ ਦੂਜੇ ਦੀ ਸਹਿ ਲਓ ਅਤੇ ਇੱਕ ਦੂਜੇ ਨੂੰ ਮਾਫ ਕਰੋ ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ। ਇਹ ਇੱਕ ਮਨ ਇੱਕ ਚਿੱਤ ਔਰ ਉਹਦੇ ਵਿੱਚ ਮਿਲੇ ਰਹਿਣ ਦਾ ਸਾਡੇ ਲਈ ਇੱਕ ਫਾਰਮੂਲਾ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਦਿੱਤਾ ਹੈ। ਜੇ ਅਸੀਂ ਇਸ ਨੂੰ ਅਪਣਾ ਲਈਏ ਤਾਂ ਕਲੀਸਿਆ ਵੀ ਵਧੇਗੀ, ਅਸੀਂ ਵੀ ਵਧਾਂਗੇ ਔਰ ਪਰਮੇਸ਼ਰ ਦੀ ਆਸ਼ੀਸ਼ ਵੀ ਸਾਡੇ ਵਿੱਚ ਆਵੇਗੀ। ਸੋ ਪ੍ਰਭੂ ਸਾਨੂੰ ਉਸ ਦੇ ਵਿੱਚ ਇੱਕ ਮਨ ਇੱਕ ਚਿੱਤ ਔਰ ਉਸ ਦੇ ਵਿੱਚ ਮਿਲੇ ਰਹਿਣ ਦੇ ਲਈ ਸਾਡੀ ਸਭਨਾਂ ਦੀ ਸਹਾਇਤਾ ਕਰੇ, ਤਾਂ ਕਿ ਅਸੀਂ ਪ੍ਰਭੂ ਦੀ ਆਮਦ ਦੇ ਵਿੱਚ ਉਹਦੇ ਨਾਲ ਇੱਕ ਸੰਗ ਉਠਾਏ ਜਾਈਏ ਔਰ ਪ੍ਰਭੂ ਦੇ ਨਾਲ ਆਨੰਦ ਦੇ ਵਿੱਚ ਜਦੋਂ ਆਪਣੇ ਰਾਜ 'ਚ ਬੈਠੇ ਅਸੀਂ ਰਾਜ ਕਰੀਏ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।